ऊंची आवाज से गए हालेलुया, ऊंची आवाज से गए हालेलुया। तारीफ करें सबसे जोर से तालियों के साथ, जितनी भी ताकत आपके हाथों में जोर से तालियों के साथ जीवित परमेश्वर प्रभु यीशु मसीह के नाम को महिमा दी। आज कितने जन आनंदित हैं परमेश्वर की हजूरी में, और आज जितने भी हाथ परमेश्वर की हजूरी में उठे हैं, आज परमेश्वर की हजूरी में ये हाथ मसा किए जाएंगे, और जिस जिस चीज को आप हाथ लगाएंगे आप 100 गुना फलों को देखोगे प्रभु यीशु मसीह के नाम में। तो आइए सब जन अपने अपने स्थान के ऊपर बैठ जाएंगे। आप जानते हैं कि जब भी परमेश्वर के दास प्रार्थना करते हैं तो परमेश्वर लोगों की जिंदगियों में बड़े काम करता है, यानी बड़ी गवाहियां लोगों की जिंदगियों में परमेश्वर पैदा करता है। और कुछ टेस्टिमनीज को हम इंस्टेंट बहुत कम टेस्टिमनी सुन लेते हैं, बहुत छोटी टेस्टिमनी सुन लेते हैं, लेकिन जब हम पूरी डिटेल उसकी सुनते हैं, वीडियो टेस्टिमनी उसकी सुनते हैं, तो फिर हमें पता चलता है कि परमेश्वर कितने कितने बड़े काम लोगों की जिंदगियों में कर रहे हैं। तो मैं चाहता हूं कि आप सब जन अपनी अपनी जगहों के ऊपर बैठ कर हम सब जन कुछ वीडियोस टेस्टिमनीज को देखेंगे। जैसे कि परमेश्वर के वचन भजन संहिता 30 अध्याय उसकी 2 आयत में लिखा है, हे मेरे परमेश्वर यहोवा, मैंने तेरी दुहाई दी और तूने मुझे चंगा किया है। सचमुच परमेश्वर ने अपना वचन पूरा किया और परमेश्वर ने एक बहुत ही भयानक बीमारी से बाहर निकाल के एक नया जीवन दिया और इनकी जिंदगी को पूरा खुशियों के साथ भर दिया। तो आइए इनकी इस अद्भुत गवाही को हम देखते हैं। ਸਾਰਿਆਂ ਨੂੰ ਜੈਮਸੀ ਦੀ। ਮੇਰਾ ਨਾਮ ਮਮਤਾ, ਮੇਰੇ ਹਸਬੈਂਡ ਦਾ ਨਾਮ ਪ੍ਰਵੇਸ਼ ਮਸੀਹ ਆ। ਅਸੀਂ ਡੇਰਾ ਬਾਬਾ ਨਾਨਕ ਪਿੰਡ ਸ਼ਿਕਾਰਮਾਸ਼ੀਆਂ ਦੇ ਰਹਿਣ ਵਾਲੇ ਆ। ਅੱਜ ਮੈਂ ਆਪਣੇ ਹਸਬੈਂਡ ਦੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੱਸਣ ਜਾ ਰਹੀ ਆ। 2023 ਵਿੱਚ ਇਹਨਾਂ ਨੂੰ ਨਾ ਅਪ੍ਰੈਲ 'ਚ ਬੁਖਾਰ ਥੋੜਾ ਰਹਿਣਾ ਸਟਾਰਟ ਹੋ ਗਿਆ। ਇਸ ਦੌਰਾਨ ਮੇਰੇ ਹਸਬੈਂਡ ਦੀ ਹਾਲਤ ਜਿਹੜੀ ਕਾਫੀ ਜ਼ਿਆਦਾ ਖਰਾਬ ਹੁੰਦੀ ਜਾ ਰਹੀ ਸੀ। ਇਹਨਾਂ ਦਾ ਸਰੀਰ ਟੁੱਟਦਾ ਭੱਜਦਾ ਸੀ ਤੇ ਲੰਮੇ ਪਏ ਰਹਿੰਦੇ ਹੁੰਦੇ ਸੀ, ਤੇ ਜਦੋਂ ਦਵਾਈ ਖਾਂਦੇ ਸੀ 1 ਘੰਟਾ ਇਹਨਾਂ ਨੂੰ ਆਰਾਮ ਰਹਿੰਦਾ, ਫਿਰ ਇਹਨਾਂ ਨੂੰ ਬਹੁਤ ਜ਼ਿਆਦਾ ਬੁਖਾਰ ਹੁੰਦਾ ਸੀ। 102 101 ਇਹਨਾਂ ਨੂੰ ਬੁਖਾਰ ਰਹਿੰਦਾ ਸੀ। ਫਿਰ ਇਹਨਾਂ ਨੂੰ ਪਿੰਡ ਵਾਲੇ ਡਾਕਟਰ ਤੋਂ ਆਰਾਮ ਨਹੀਂ ਹੀ ਆਉਂਦਾ, ਫਿਰ ਅਸੀਂ ਇਹਨਾਂ ਨੂੰ ਡੇਰਾ ਬਾਬਾ ਨਾਨਕ ਹਸਪੀਟਲ 'ਚ ਲੈ ਕੇ ਗਏ। ਫਿਰ ਜਦੋਂ ਅਸੀਂ ਇਹਨਾਂ ਨੂੰ ਡੇਰਾ ਬਾਬਾ ਨਾਨਕ ਪ੍ਰਾਈਵੇਟ ਹਸਪੀਟਲ 'ਚ ਲੈ ਕੇ ਗਏ, ਫਿਰ ਉਹਨਾਂ ਨੇ ਜਦੋਂ ਇਹਨਾਂ ਨੂੰ ਦਵਾਈ ਦਿੱਤੀ ਤੇ ਫਿਰ ਅਸੀਂ ਘਰ ਆਏ, ਫਿਰ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ। ਜਿੰਨਾ ਚਿਰ ਦਵਾਈ ਦਾ ਅਸਰ ਰਹਿੰਦਾ ਉਹਨਾਂ ਚਿਰ ਠੀਕ ਰਹਿੰਦੇ ਸੀ। ਫਿਰ ਇਹਨਾਂ ਨੂੰ ਉੱਦਾਂ ਹੀ ਬੁਖਾਰ ਚੜ੍ਹਦਾ ਸੀਗਾ। ਫਿਰ ਇੱਕ ਰਾਤ ਇਹਨਾਂ ਨੂੰ ਇੱਦਾਂ ਹੋਇਆ ਕਿ ਬਲੱਡ ਦੀਆਂ ਬਹੁਤ ਜ਼ਿਆਦਾ ਵੋਮਟਿੰਗ ਆਉਣੀਆਂ ਸਟਾਰਟ ਹੋ ਗਈਆਂ। ਫਿਰ ਅਸੀਂ ਇਹਨਾਂ ਨੂੰ ਫਿਰ ਇੱਕ ਡੇਰਾ ਬਾਬਾ ਨਾਨਕ ਪ੍ਰਾਈਵੇਟ ਹਸਪੀਟਲ 'ਚ ਲੈ ਕੇ ਗਏ। ਫਿਰ ਜਦੋਂ ਅਸੀਂ ਉੱਥੇ ਇਹਨਾਂ ਨੂੰ ਲੈ ਕੇ ਗਏ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਜਦੋਂ ਦੇਖਿਆ, ਉਹ ਕਹਿੰਦੇ ਕਿ ਸਾਨੂੰ ਨਹੀਂ ਪਤਾ ਕਿ ਇਹਨਾਂ ਦੇ ਕਿੱਥੇ ਲੀਕੇਜ ਹੋਣ ਡਈ ਆ, ਕਿੱਥੋਂ ਇਹਨਾਂ ਨੂੰ ਬਲੱਡ ਆ ਰਿਹਾ, ਸਾਨੂੰ ਨਹੀਂ ਪਤਾ ਹੈਗਾ। ਤੁਸੀਂ ਇਹਨਾਂ ਨੂੰ ਡੇਰਾ ਬਾਬਾ ਨਾਨਕ ਦੇ ਚੈਰੀਟੇਬਲ ਸਰਕਾਰੀ ਹਸਪੀਟਲ 'ਚ ਲੈ ਜਾਓ। ਫਿਰ ਆਪਾਂ ਇਹਨਾਂ ਨੂੰ ਸਰਕਾਰੀ ਹਸਪੀਟਲ 'ਚ ਲੈ ਕੇ ਗਏ ਡੇਰਾ ਬਾਬਾ ਨਾਨਕ 'ਚ, ਤੇ ਫਿਰ ਡਾਕਟਰ ਨੇ ਇਹਨਾਂ ਦੇ ਚੈਸਟ ਦਾ ਐਕਸਰਾ ਕੀਤਾ ਔਰ ਬਲਗਮ ਟੈਸਟ ਕੀਤੀ। ਉਹਨਾਂ ਨੇ ਫਿਰ ਕਿਹਾ ਕਿ ਟੀਵੀ ਦਾ ਰੋਗ ਹੋ ਚੁੱਕਿਆ ਇਹਨਾਂ ਨੂੰ। ਜਦੋਂ ਉਹਨਾਂ ਨੇ ਫਿਰ ਇਹਨਾਂ ਦੀ ਹਾਲਤ ਨੂੰ ਵੇਖਿਆ, ਉਹਨਾਂ ਨੇ ਫਿਰ ਇਹਨਾਂ ਨੂੰ ਗੁਰਦਾਸਪੁਰ ਦੇ ਸਿਵਲ ਹਸਪੀਟਲ 'ਚ ਰੈਫਰ ਕਰ ਦਿੱਤਾ। ਫਿਰ ਜਦੋਂ ਅਸੀਂ ਉੱਥੇ ਗਏ ਤੇ ਉੱਥੇ ਵੀ ਜਦੋਂ ਉਹਨਾਂ ਨੇ ਟੈਸਟ ਟੂਸਟ ਕੀਤੇ ਤੇ ਉਹਨਾਂ ਨੇ ਇਹਨਾਂ ਨੂੰ ਅੰਮ੍ਰਿਤਸਰ ਟੀਵੀ ਹਸਪੀਟਲ ਵਿੱਚ ਰੈਫਰ ਕਰ ਦਿੱਤਾ। ਜਦੋਂ ਮੈਨੂੰ ਟੀਵੀ ਦਾ ਰੋਗ ਹੈਗਾ, ਫਿਰ ਮੈਂ ਬੈੱਡ ਤੇ ਰਹਿੰਦਾ ਰਿਹਾ, ਦਵਾਈ ਖਾਣੀ ਬੈੱਡ ਤੇ ਹੀ। ਫਿਰ ਕਮਜ਼ੋਰੀ ਹੋ ਗਈ ਸੀ, ਬਹੁਤ ਜ਼ਿਆਦਾ ਪਤਲਾ ਹੋ ਗਿਆ, 50 ਕਿਲੋ weight ਰਹਿ ਗਿਆ ਸਾਰਾ। ਫਿਰ
ਅਸੀਂ ਇਹਨਾਂ ਨੂੰ ਅੰਮ੍ਰਿਤਸਰ ਦੇ ਟੀਵੀ ਹਸਪੀਟਲ 'ਚ ਲੈ ਕੇ ਗਏ। ਫਿਰ ਡਾਕਟਰਾਂ ਨੇ ਇਹਨਾਂ ਦੀ ਹਾਲਤ ਨੂੰ ਦੇਖ ਕੇ ਉੱਥੇ ਇਹਨਾਂ ਨੂੰ ਦਾਖਲ ਕਰ ਲਿਆ। ਫਿਰ 2 ਦਿਨ ਤੱਕ ਇਹ ਉੱਥੇ ਰਹੇ। ਫਿਰ ਤੀਸਰੇ ਦਿਨ ਡਾਕਟਰਾਂ ਨੇ ਇਹਨਾਂ ਨੂੰ ਮੈਡੀਸਨ ਦੇ ਕੇ ਘਰੇ ਭੇਜ ਦਿੱਤਾ। ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਡਾਕਟਰ ਨੇ ਮੈਡੀਸਨ ਦੇ ਕੇ ਘਰੇ ਭੇਜ ਦਿੱਤਾ, ਫਿਰ ਇਹ ਮੈਡੀਸਨ ਖਾਂਦੇ ਸੀ ਪਰ ਇਹਨਾਂ ਦੀ ਬੋਡੀ ਵੀਕ ਸੀਗੀ ਤੇ ਉਹ ਜਦੋਂ ਮੈਡੀਸਨ ਖਾਂਦੇ ਇਹਨਾਂ ਨੇ ਉਹ ਇੱਕ ਦਿਨ ਵਿੱਚ 5 ਗੋਲੀਆਂ ਖਾਣੀਆਂ ਸੀ। ਗੋਲੀਆਂ ਵੀ ਕਾਫੀ ਵੱਡੀਆਂ ਹੁੰਦੀਆਂ ਸੀਗੀਆਂ। ਉਹ ਗੋਲੀਆਂ ਖਾਣ ਦੇ ਨਾਲ ਇਹਨਾਂ ਨੂੰ ਘਬਰਾਹਟ ਬੜੀ ਹੁੰਦੀ ਸੀਗੀ ਕਿਉਂਕਿ ਬੋਡੀ 'ਚ ਵੀਕਨੈਸ ਸੀ ਤੇ ਇਹਨਾਂ ਨੂੰ ਉਹਦੇ ਕਰਕੇ ਜ਼ਿਆਦਾ ਘਬਰਾਹਟ ਹੁੰਦੀ ਸੀ। ਤੇ ਫਿਰ ਇਹ ਮਤਲਬ ਕਿ ਮੰਜੇ ਤੇ ਮਤਲਬ ਲੰਮੇ ਪਏ ਰਹਿੰਦੇ ਹੁੰਦੇ ਤੇ ਡਾਕਟਰਾਂ ਨੇ ਕਿਹਾ ਹੈ ਕਿ ਮਤਲਬ ਕਿ ਬੱਚਿਆਂ ਨੂੰ ਵੀ ਥੋੜਾ ਤੁਸੀਂ ਸੈਪਰੇਟ ਰੱਖੋ। ਮੈਂ ਸੋਚਦੀ ਹੁੰਦੀ ਸੀ ਕਿ ਕਦੋਂ ਮਤਲਬ ਕਿ ਇਹਨਾਂ ਨੂੰ ਜਲਦੀ ਆਰਾਮ ਆਵੇ ਤੇ ਕਦੋਂ ਇਹ ਫਿਰ ਤੋਂ ਦੁਬਾਰਾ ਤੋਂ ਸਾਡੇ ਨਾਲ ਉਦਾਂ ਹੀ ਪਹਿਲੇ ਵਾਂਗੂ ਆਪਾਂ ਸਾਰੇ ਜਣੇ ਰਹੀਏ, ਪਹਿਲਾਂ ਵਾਂਗੂ ਹੀ ਖਾਈਏ ਪੀਏ ਤੇ ਬੱਚਿਆਂ ਦੇ ਨਾਲ ਇਕੱਠੇ ਬੈਠੀਏ, ਸਾਰਾ ਕੁਝ ਮਤਲਬ ਸਾਡਾ ਪਹਿਲੇ ਵਾਂਗੂ ਹੋਵੇ। ਮੈਂ ਮਤਲਬ ਚਾਹੁੰਦੀ ਸੀ ਕਿ ਫਿਰ ਮਤਲਬ ਕਿ ਪਹਿਲਾਂ ਵਾਂਗੂ ਹੀ ਸਾਰਾ ਕੁਝ ਹੋਵੇ। ਇਸ ਦੌਰਾਨ ਇਹਨਾਂ ਦੀ ਮਤਲਬ ਬੋਡੀ ਬਹੁਤ ਵੀਕ ਹੋ ਗਈ ਸੀਗੀ ਤੇ ਇਹਨਾਂ ਦਾ weight 95 ਕਿਲੋ ਤੋਂ 50 ਕਿਲੋ ਰਹਿ ਗਿਆ ਸੀਗਾ। ਇਸ ਦੌਰਾਨ ਮਤਲਬ ਖਾਣਾ ਪੀਣਾ ਵੀ ਇਹਨਾਂ ਦਾ ਘਟ ਗਿਆ ਸੀਗਾ। ਮਤਲਬ ਕੁਛ ਵੀ ਚੀਜ਼ ਲਿਕੁਇਡ ਜ਼ਿਆਦਾ ਲੈਂਦੇ ਸੀ ਤੇ ਥੋੜਾ ਮਤਲਬ ਮੈਂ ਇਹਨਾਂ ਨੂੰ ਜ਼ਬਰਦਸਤੀ ਖਵਾਉਂਦੀ ਸੀ। ਕੁਛ ਵੀ ਖਾਣ ਨੂੰ ਇਹਨਾਂ ਦਾ ਮਨ ਨਹੀਂ ਕਰਦਾ, ਬਸ ਥੋੜਾ ਹੀ ਖਾਂਦੇ ਸੀ, ਕੁਛ ਵੀ ਖਾਂਦੇ ਸੀ। ਤੇ ਲਗਾਤਾਰ ਮੇਰੇ ਹਸਬੈਂਡ ਦਾ ਟ੍ਰੀਟਮੈਂਟ ਚੱਲਣ ਡਿਆ ਸੀ ਪਰ ਕੁਛ ਖਾਸ ਫਰਕ ਨਹੀਂ ਸੀ ਪੈਂਦਾ ਇਹਨਾਂ ਨੂੰ। ਪਰ ਮੇਰੇ ਹਸਬੈਂਡ ਦੀ ਜਦੋਂ ਇਦਾਂ ਦੀ ਕੰਡੀਸ਼ਨ ਸੀ ਉਦੋਂ ਵੀ ਸਾਡਾ ਫੇਥ ਪ੍ਰਭੂ ਯਿਸੂ ਮਸੀਹ ਤੇ ਸੀ। ਤੇ ਮੈਂ ਪਹਿਲਾਂ ਤੋਂ ਮਤਲਬ ਕਨੂਲਾ ਮਿਨਿਸਟਰੀ ਦੇ ਨਾਲ ਪਹਿਲਾਂ ਤੋਂ ਜੁੜੀ ਹੋਈ ਸੀ। ਮੈਂ ਖਾਮਰਾ ਚਰਚ ਪਹਿਲਾਂ ਤੋਂ ਹੀ ਆਉਂਦੀ ਸੀ ਔਰ ਮੇਰਾ ਸਾਰਾ ਫੇਥ ਪਰਮੇਸ਼ਰ ਤੇ ਸੀ ਔਰ ਮੈਂ ਕਹਿੰਦੀ ਸੀ ਪ੍ਰਭੂ ਤੂੰ ਹੀ ਠੀਕ ਕਰਨਾ ਇਹਨਾਂ ਨੂੰ। ਇਸ ਦੇ ਨਾਲ ਮੈਂ ਪਰਮੇਸ਼ਰ ਦੇ ਭਵਨ ਵਿੱਚ ਬਹੁਤ ਵੱਡੀਆਂ ਗਵਾਹੀਆਂ ਨੂੰ ਸੁਣਿਆ ਹੈਗਾ, ਜਿੱਦਾਂ ਬਹੁਤ ਹੀ ਵੱਡੇ ਕੰਮ ਹੁੰਦੇ ਸੀਗੇ ਪ੍ਰਭੂ ਦੇ ਭਵਨ ਵਿੱਚ। ਟੀਵੀ ਦੇ ਰੋਗੀ ਚੰਗੇ ਹੁੰਦੇ ਸੀਗੇ, ਫਿਰ ਕੈਂਸਰ ਦੇ ਰੋਗੀ ਚੰਗੇ ਹੁੰਦੇ ਸੀ, ਫਿਰ ਕਈ ਲੋਕ ਜਿਨ੍ਹਾਂ ਨੂੰ ਦੇਖਦਾ ਨਹੀਂ ਸੀ ਉਹਨਾਂ ਨੂੰ ਵੀ ਦੇਖਦਾ ਸੀਗਾ ਪਰਮੇਸ਼ਰ ਦੇ ਭਵਨ ਵਿੱਚ। ਔਰ ਇਹਨਾਂ ਗਵਾਹੀਆਂ ਦੇ ਦੌਰਾਨ ਮੇਰਾ ਵਿਸ਼ਵਾਸ ਪਰਮੇਸ਼ਰ 'ਚ ਹੋਰ ਵੀ ਜ਼ਿਆਦਾ ਮਜ਼ਬੂਤ ਹੋਇਆ ਕਿ ਪ੍ਰਭੂ ਇਹਨਾਂ ਸਾਰਿਆਂ ਨੂੰ ਚੰਗਿਆ ਕਰ ਸਕਦਾ ਤੇ ਮੇਰੇ ਹਸਬੈਂਡ ਨੂੰ ਵੀ ਜ਼ਰੂਰ ਪਰਮੇਸ਼ਰ ਚੰਗਿਆ ਕਰੂਗਾ। ਉਸ ਦੌਰਾਨ ਵੀ ਮੈਂ ਚਰਚ ਦੇ ਨਾਲ ਜੁੜੀ ਰਹੀ ਔਰ ਮੀਟਿੰਗ ਨੂੰ ਅਟੈਂਡ ਕਰਦੀ ਰਹੀ। ਫਿਰ ਅਸੀਂ ANF ਹਸਪੀਟਲ ਪ੍ਰੇਅਰ ਲਾਈਨ ਤੇ ਇਹਨਾਂ ਦੀ ਪ੍ਰੇਅਰ ਰਿਕਵੈਸਟ ਨੂੰ ਸੈਂਡ ਕੀਤਾ। ਫਿਰ 23 ਜੁਲਾਈ 2023 ਨੂੰ ਪ੍ਰਭੂ ਦੇ ਦਾਸ ਨੇ ਜ਼ੂਮ ਐਪ ਦੇ ਦੁਆਰਾ ਮੇਰੇ ਹਸਬੈਂਡ ਤੇ ਲੇ हैंड प्रेयर की। सुनो, बहुत से लोग हैं हमारे साथ। अगर मैं आपका नाम नहीं ले रहा हूं इसका मतलब ये नहीं आप हील नहीं हो रहे। इस प्रेयर के बाद वो करें जो नहीं कर सकते थे, उठें चलें खाएं जो नहीं कर सकते थे। मैं कमांड करता हूं हीलिंग को इन सब की लाइफ के ऊपर यीशु मसीह के सामर्थ्य नाम। ਜਦੋਂ ਪ੍ਰਭੂ ਦੇ ਦਾਸ ਨੇ ਮੇਰੇ ਤੇ ਲੇ ਹੈਂਡ ਕੀਤੀ ਤੇ ਉਸ ਤੋਂ ਬਾਅਦ ਹੀ ਮੇਰੇ ਸੀਰ 'ਚ ਗਰਮੈਸ਼ ਜੀ ਆਈ, ਮੇਰਾ ਸੀਰ ਬਿਲਕੁਲ ਹੀ ਹਲਕਾ ਹੋ ਗਿਆ। ਉਸ ਪ੍ਰੇਅਰ ਤੋਂ ਬਾਅਦ ਮੇਰੀ ਰਿਕਵਰੀ ਹੋ ਗਈ। ਉਸ ਤੋਂ ਬਾਅਦ ਮੈਂ ਖਾਣਾ ਪੀਣਾ ਔਰ ਫਿਰਨਾ ਤੁਰਨਾ ਬਿਲਕੁਲ ਹੀ ਮੇਰਾ ਸਹੀ ਹੋ ਗਿਆ। ਉਸ ਪ੍ਰੇਅਰ ਤੋਂ ਬਾਅਦ ਬਿਲਕੁਲ ਹੀ ਮੇਰੀ ਮੈਡੀਸਿਨ ਛੁੱਟ ਗਈ। ਟੀਵੀ ਦੇ ਰੋਗ ਤੋਂ ਮੈਂ ਆਜ਼ਾਦ ਹਾਂ। ਹੁਣ ਮੈਂ ਬਿਲਕੁਲ ਹੀ ਸਹੀ ਹਾਂ। ਉਸ ਪ੍ਰੇਅਰ ਤੋਂ ਬਾਅਦ ਮੇਰੇ ਹਸਬੈਂਡ ਬਿਲਕੁਲ ਠੀਕ ਨੇ ਔਰ ਮਤਲਬ ਵਧੀਆ ਰਹਿ ਰਹੇ ਨੇ, ਖਾਣਾ ਪੀਣਾ ਵਧੀਆ ਖਾਂਦੇ ਨੇ, ਆਪਣੇ ਬੱਚਿਆਂ ਵਿੱਚ ਵਧੀਆ ਰਹਿ ਰਹੇ ਨੇ ਔਰ ਆਪਣੇ ਸਾਰੇ ਜੋ ਵੀ ਇਹਨਾਂ ਨੇ ਕੰਮ ਕਰਨੇ ਸਭ ਕਰ ਰਹੇ ਨੇ। ਹੁਣ ਅਸੀਂ ਸਾਰੇ ਬਹੁਤ ਖੁਸ਼ ਆ, ਮੇਰੇ ਬੱਚੇ ਵੀ ਖੁਸ਼ ਆ, ਅਸੀਂ ਸਾਰੀ ਫੈਮਿਲੀ ਵਧੀਆ। ਮਤਲਬ ਜਿਹੜੇ ਲੋਕੀ ਅੱਜ ਵੀ ਹਸਪੀਟਲਾਂ ਵਿੱਚ ਨੇ, ਬਿਮਾਰ ਨੇ ਔਰ ਭਿਆਨਕ ਬਿਮਾਰੀਆਂ ਦੇ ਨਾਲ ਜਕੜੇ ਹੋਏ ਨੇ, ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਮੇਰੇ ਹਸਬੈਂਡ ਨੂੰ ਠੀਕ ਕੀਤਾ ਵਾ, ਉਸੇ ਤਰ੍ਹਾਂ ਤੁਸੀਂ ਵਿਸ਼ਵਾਸ ਕਰੋ ਔਰ ਪਰਮੇਸ਼ਰ ਤੁਹਾਨੂੰ ਵੀ ਸਾਰੀਆਂ ਬਿਮਾਰੀਆਂ ਤੋਂ ਆਜ਼ਾਦ ਕਰੇਗਾ। ਮੇਰੇ ਹਸਬੈਂਡ ਦੀ ਇਸ ਵੱਡੀ ਚੰਗਿਆਈ ਦੇ ਲਈ ਮੈਂ ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੀ ਹਾਂ ਔਰ ਪਰਮੇਸ਼ਰ ਦੇ ਦਾਸ ਦਾਸੀ ਦਾ ਬਹੁਤ ਧੰਨਵਾਦ ਕਰਦੀ ਹਾਂ ਔਰ ਸਾਰਿਆਂ ਨੂੰ ਜੈ ਮਸੀਹ ਦੀ। आज आप एक ऐसी गवाही सुनेंगे जिसको सुनने के दौरान आपका विश्वास परमेश्वर के ऊपर बहुत ज्यादा बढ़ जाएगा। जैसा कि परमेश्वर के वचन में लिखा है यशाया 61 उसकी 7 आयत में, तुम्हारी नाम धराई के बदले दुगना भाग मिलेगा, अनादर के बदले तुम अपने भाग के कारण जय जयकार करोगे, तुम अपने देश में दुगने भाग के अधिकारी होगे और सदा आनंदित बने रहोगे। हालेलुया। ये वचन परमेश्वर ने इस परिवार की जिंदगी में पूरा किया। तो आइए सुनते हैं इनकी इस अमेजिंग टेस्टमनी को और ये गवाही आपके फेथ को बढ़ाएगी यीशु मसीह के नाम में। हालेलुया। सबको जय मसीह की।
मेरा नाम विजय सिंह है और ये मेरी वाइफ नेहा सिंह। हम यूपी पीलीभीत के रहने वाले हैं। आज हम हमारे जीवन की सबसे बड़ी गवाही देने जा रहे हैं। हमारा विश्वास है कि आज जब आप हमारी गवाही को सुनेंगे तो आपके जीवन में भी परमेश्वर बहुत बड़े काम करेंगे। 2022 में हमारी शादी हुई और इस शादी से हम दोनों बहुत खुश थे। हमारी फैमिलीज बहुत खुश थी। उसके बाद हम घूमने गए, काफ़ी इंजॉय किया लाइफ में और कुछ समय के बाद हमने बेबी के बारे में प्लान किया। जब मेरी वाइफ शादी के बाद पहली बार प्रेग्नेंट हुई तो घर में खुशी का माहौल हो गया था। हम बहुत खुश थे कि घर में नन्हा मेहमान आने वाला है। जब मेरी वाइफ को प्रेगनेंसी का चौथा महीना लगा और हम रेगुलर चेकअप के लिए डॉक्टर के पास गए और डॉक्टर ने जब स्कैन करा तो उन्होंने बताया कि बच्चे की स्किन में इन्फेक्शन फैल गया है और ये आगे ग्रो नहीं कर सकता। और बेबी ग्रो ना होने के कारण इनका केस ख़राब हो गया था और घर में पूरा गम का माहौल क्रिएट हो गया था। हमें बहुत ज़्यादा दुख था और इनका रो रो के बहुत बुरा हाल था। जब मेरा केस ख़राब हो गया था तो मैं बहुत निराश रहने लगी थी, बहुत ज़्यादा दुखी रहती थी और मैं यही सोचती रहती थी कि 4 मंथ में आके मेरा बेबी ऐसे कैसे ख़राब हो सकता है। कुछ समय के बाद जब हमने दोबारा बेबी प्लान किया और जनवरी 2023 में मैं दूसरी बार प्रेग्नेंट हुई। जब मैं दूसरी बार प्रेग्नेंट हुई तो मैं बहुत खुश थी, बहुत ज़्यादा अपने परिवार में बहुत खुश थी। ये गुड न्यूज़ सुन के मेरे हस्बैंड भी बहुत खुश थे और हम दोनों बहुत ज़्यादा सेलिब्रेट कर रहे थे इस चीज़ को। पर जब मेरा 2 मंथ्स कंप्लीट हो गया और रूटीन चेकअप के लिए मैं जब डॉक्टर के पास गई अपने हस्बैंड के साथ तो डॉक्टर ने मेरा स्कैनिंग किया तो डॉक्टर ने बताया कि आपके बच्चे की हार्ट बीट नहीं आ रही है और डॉक्टर ने कहा वैसे 6 वीक पे हार्ट बीट आ जाती है पर आपकी तो 2.5 महीने होने जा रहा है, आपके बच्चे की हार्ट बीट नहीं आ रही है। और बेबी की हार्ट बीट ना होने के वजह से फिर से मेरा सेकंड टाइम मिसकैरेज हो गया। जब मेरा सेकंड टाइम भी मिसकैरेज हो गया तो मैं बहुत ज़्यादा दुखी रहने लगी, बहुत ज़्यादा परेशान हो गई। फिर मेरे पीरियड्स भी खुल के नहीं आते थे मुझे और मैं बहुत ज़्यादा, मेरे पेट में भी दर्द रहता था। तो फिर मैंने अपने हस्बैंड से बोला कि मुझे डॉक्टर को दिखा दो और मेरे बहुत ज़्यादा दर्द रहता है। तो हम दोनों डॉक्टर के पास गए। डॉक्टर ने जब मेरा स्कैनिंग किया तो डॉक्टर ने मुझे रिपोर्ट में ये बताया कि आपके यूट्रस में 3 मांस वाली रसौलियाँ हैं। और डॉक्टर की ये बात सुन के मैं बहुत ज़्यादा दुखी हो गई थी कि मेरे 2 पहले ही मिसकैरेज हो चुके हैं, अब ये मेरे रसौलियाँ हो गई हैं, वो भी मांस वाली। तो मैं बहुत ज़्यादा डर गई थी क्योंकि मांस वाली रसौलियाँ, इसको बहुत टाइम लगेगा। डॉक्टर ने कहा कम से कम आपको 3 मंथ्स इसका ट्रीटमेंट लेना होगा। और उसके बाद डॉक्टर ने मुझे 3 मंथ का ट्रीटमेंट दिया कि आपको 3 महीने तक दवाई खानी है। और मैं लगातार दवाई खाती रही पर मुझे कोई रिज़ल्ट नहीं मिला। फिर जब मुझे उस डॉक्टर से कोई रिज़ल्ट नहीं मिला तो मैंने, मेरे हस्बैंड ने बात की कि हम चलो किसी और डॉक्टर को दिखा देते हैं। फिर हमने दूसरा डॉक्टर बदला अपने ही शहर में। जब मैं सेकंड डॉक्टर के पास गई तो मुझे सेकंड डॉक्टर ने भी यही सेम प्रॉब्लम बताई और मैंने लगातार दवाई खाई, फिर भी मुझे बेबी कंसीव नहीं हो रहा था। फिर हमने 2 डॉक्टर चेंज करने शुरू कर दिए। फिर 2 से 3 डॉक्टर को हमने दिखाया पर हमें कोई भी रिज़ल्ट नहीं मिल रहा था। हम बहुत निराश हो रहे थे कि हमारे साथ ऐसा क्यों हो रहा है। लोग बोलते थे तुम्हारे अभी बेबी नहीं हुआ, तुम्हारी शादी को इतना टाइम हो गया, तुम लोगों ने अभी बेबी प्लान क्यों नहीं किया और अभी तक आपके बेबी क्यों नहीं हो रहा है, कोई प्रॉब्लम है, डॉक्टर को दिखाओ। तो हमें बहुत शर्मिंदगी होती थी, हम बहुत ज़्यादा दुखी भी होते थे पर हम कुछ कहते नहीं थे उन लोगों से। और मेरी दीदी लोगों को भी लोग बोलते थे आपकी सिस्टर के कुछ है नहीं, अभी आपकी बहन के मतलब कोई भी बेबी नहीं है और हमारी बेटी के तो हो गया, आपकी बेटी के शादी, हमारी बेटी की शादी हुई थी, ऐसे ऐसे हमें लोग बोलते थे। हम बहुत ज़्यादा दुखी होते थे इस चीज़ को लेके। तो जब हम लोगों के यहाँ शादी पार्टी में जाते थे तो हमें बहुत ज़्यादा शर्मिंदगी फील होती थी कि हमारे पास बेबी नहीं है। तो हमें कभी कभी मैं जाना भी अवॉइड कर देती थी, मैं नहीं जाती थी इस कारण से कि कोई मुझसे कोई ये सवाल ना करे कि आपके कोई बेबी नहीं है। फिर मुझे दुख होता था इस बात को सोच सोच के। शादी के बाद जब लगातार मेरी वाइफ के केस ख़राब होते रहे, घर में एक तरह से वैसे ही गम का माहौल था और मैं जब भी बाहर जाता था, बच्चों को छुट्टी के दिन, संडे के दिन अपने डैडी लोग बच्चों को खिलाते हैं, मैं उन्हें देखता हूँ और मेरी छुट्टी होती थी तो मैं हमेशा ये सोचता था कि आज मेरा बच्चा होता तो मैं भी उसके साथ खेल रहा होता। बाज़ार जाता, छोटे बच्चों के कपड़े देखता, तब मुझे याद आती थी। तो मैं भी अंदर से बहुत ज़्यादा टूट चुका था और जब कभी भी मैं बाहर से घर आता या अपने काम से घर आता हूँ
तो इनको देखता था, ये हमेशा अकेले ही बैठी रहती थी, कभी खाना नहीं खाते थे, लेकिन मैं इनके सामने खुश होने का नाटक करता था, इन्हें मनाने के लिए कि ये इनको चेहरे पे कैसे खुशी आएगी, तब ये थोड़ा बहुत खा लेंगे, हम एक दूसरे के साथ में खुश रह लेंगे। हमेशा मैं इनको मोटिवेट करता था, लेकिन ये हमेशा निराश ही रहती थी, ज़्यादातर दुखी रहती थी, और मैं भी बाहर जाता था तो हमेशा इनकी चिंता लगी रहती थी। जब हमारे बेबी नहीं हो रहा था उस दौरान भी हमारा विश्वास परमेश्वर पे था, क्योंकि हम पहले से ही अंकुर नरूला मिनिस्ट्री से जुड़े हुए थे और हमने पहले से ही परमेश्वर के भवन में परमेश्वर के बड़े बड़े कामों को देखा और गवाहियाँ सुनी। मैंने बड़ी बड़ी गवाहियाँ सुनी थी कि किसी के 15 साल के बाद बेबी हो रहा है, किसी के 10 साल के बाद बेबी हो रहा है, किसी की रसौलियाँ गायब हो रही हैं। उन गवाहियों को सुनकर मेरा विश्वास परमेश्वर में और बढ़ता गया और मैं ये विश्वास करती थी कि परमेश्वर मुझे भी बेबी के साथ ब्लेस करेगा। जब भी परमेश्वर के दास प्रार्थना करते थे उन वर्ड्सों को मैं अपने लिए रिसीव करती थी। फिर 3 नवंबर 2024 को खामरा चर्च की हम मीटिंग को अटेंड कर रहे थे। फिर उस दिन परमेश्वर के दास ने उन बहनों के लिए प्रार्थना किया जिनके पास बेबी नहीं है और मैंने उस प्रार्थना को विश्वास के साथ रिसीव किया। जिन बहनों के बेबीज नहीं, जो भाई यहाँ मौजूद है, बहनें जहां मौजूद नहीं, उनकी वाइफ यहाँ मौजूद नहीं, अपने पेट पे हाथ रखें सभी। और मैं आपको डिक्लेयर करता हूं, आपके गर्भ फल लेके आए यीशु के नाम में सारी रुकावटें खत्म हो जाएं। मैं आप पर भविष्यवाणी करता हूं, अगले साल आपके हाथों में एक बड़ी आशीष होगी, एक लंबी वेट खत्म हो रही होगी, आनंद आपका हिस्सा होगा। प्रभु का आत्मा कह रहा है जिस तरह अलीशिबा आनंदित हुई थी, तू आनंदित होगी, तू आनंदित होगा। जब उस प्रेयर को मैंने विश्वास के साथ अपने लिए ग्रहण किया तो मुझे बहुत हल्का महसूस हुआ। उस प्रेयर को रिसीव करने के कुछ दिनों के बाद मैंने फिर से अपना अल्ट्रासाउंड कराया। जब डॉक्टर ने मेरा स्कैन किया तो मुझे बताया कि तुम्हारी मांस वाली रसौलियाँ जो यूट्रस में है वो बिल्कुल गायब हो चुकी हैं। और मैं इस चीज़ को सुन के बहुत खुश हो रही थी और मैं ये कह रही थी कि परमेश्वर ने इतने बड़े काम किए। उस प्रार्थना को रिसीव करने के बाद में परमेश्वर ने मेरी सारी प्रॉब्लम्स को दूर किया। उसके 1 महीने के बाद जब मैंने अपना प्रेगनेंसी टेस्ट किया तो टेस्ट मेरा पॉजिटिव आया और मैं बहुत खुश थी इस चीज़ को लेके कि परमेश्वर ने मुझे इतनी बड़ी ब्लेसिंग दी है और मेरी जो निराशा थी वो आनंद में बदल चुकी थी। मैं बहुत खुश थी, मैं बहुत आनंदित थी और जब मैंने अपने हस्बैंड को ये चीज़ बताई तो वो भी बहुत ज़्यादा खुश थे। फिर पूरे 9 महीने परमेश्वर ने मुझे और मेरे बेबी को संभाल के रखा। 21 अगस्त 2025 में परमेश्वर ने मुझे एक हेल्दी बेबी बॉय के साथ ब्लेस किया और मैं बहुत खुश थी इस चीज़ को लेके कि परमेश्वर ने मेरी हार्ट डिज़ायर को पूरा किया। जब मैंने अपने बेबी को पहली बार गोद लिया था तो मैं बहुत ज़्यादा खुश थी, बहुत आनंदित थी कि मेरा बेबी है। ये मुझे बिलीव नहीं हो रहा था कि ये मेरा ही बेटा है, आज ये मेरे गोद में है। मुझे बहुत ज़्यादा खुशी हो रही थी इसके आने की और मेरे घर में बहुत सारा खुशी का माहौल था। इसके परिवार के सभी लोग बहुत ज़्यादा आनंदित थे कि हमारे घर में एक नन्हा मेहमान आया और बहुत समय के बाद ये बेबी हमारे घर में आया है। तो मैं तो विश्वास नहीं कर पा रही थी ये मेरा ही बेटा है। और जब मैंने इसे पहली बार गोद लिया तो मैंने सिर्फ परमेश्वर का धन्यवाद दिया कि परमेश्वर ने मेरी मन की इच्छा को पूरा किया और मेरे कोई भी कॉम्प्लिकेशन नहीं हुआ। मेरी डिलीवरी के दौरान मुझे परमेश्वर ने सेफ रखा। हम बहुत खुश हैं अपने बेबी के साथ, हम बहुत ज़्यादा अपने बेबी के साथ टाइम स्पेंड करते हैं और हमें बहुत अच्छा लगता है उसके साथ में रहना। उसके लिए टॉय लेके आते हैं, अच्छे अच्छे कपड़े लेके आते हैं। और जो लोग बोलते थे आपके बेबी नहीं है तो वो आज मेरे बेबी को देखते हैं तो बोलते हैं ये आपको मतलब आपने कहीं दवाई कराई थी या फिर आपने कहीं मतलब डॉक्टर को दिखाया था। तो मैं ये बोलती हूँ मुझे ये मेरे परमेश्वर ने मुझे ये आशीष दी है और मैं बहुत ज़्यादा ब्लेस्ड फील करती हूँ अपने बेबीज़ के साथ। अब हम हमारे बेबी के साथ में बहुत खुश रहते हैं और हम उसके लिए हर रोज़ नए नए टॉयज़ लेके आते हैं, कपड़े लेके आते हैं, उसके साथ हम घूमने जाते हैं। जब भी मैं काम से आता हूँ हम तीनों निकल जाते हैं बाज़ार घूमने के लिए और शाम को हम वापस आते हैं। देर तक उसके साथ खेलते रहता हूँ, कभी मैं खेलते रहता हूँ, कभी ये खेलते रहते हैं और लाइफ बहुत ही आनंद से भर दिया है परमेश्वर ने।
और हम अब अपने बेबी के साथ में बहुत ज़्यादा खुश हैं। जिन बहनों के बेबी नहीं है, मैं उन सभी बहनों को ये बताना चाहती हूँ कि आप प्रार्थना करें, विश्वास करें और परमेश्वर की सामर्थ बड़ी है और उसकी जीवित हुजूरी के साथ जुड़ना बहुत ज़्यादा ज़रूरी है। जैसे परमेश्वर ने मुझे ब्लेस किया है, परमेश्वर आप सभी को ब्लेस कर सकता है। हम इस बड़ी ब्लेसिंग के लिए परमेश्वर का धन्यवाद करते हैं और परमेश्वर के दास और दासी का भी धन्यवाद करते हैं। सभी को जय मसीह की। जैसे कि परमेश्वर के वचन भजन संहिता 30 अध्याय उसकी 2 आयत में लिखा है, हे मेरे परमेश्वर यहोवा, मैंने तेरी दुहाई दी और तूने मुझे चंगा किया है। सचमुच परमेश्वर ने अपना वचन पूरा किया और परमेश्वर ने एक बहुत ही भयानक बीमारी से बाहर निकाल के एक नया जीवन दिया और इनकी जिंदगी को पूरा खुशियों के साथ भर दिया। तो आइए इस भाई के इस मार्वलस टेस्टिमनी को हम देखते हैं। ਸਾਰਿਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਮਨਜੀਤ ਕੌਰ ਆ ਤੇ ਮੇਰੇ ਹਸਬੰਡ ਨੇ ਲਖਵਿੰਦਰ ਚੰਦ ਜੀ। ਅਸੀਂ ਜਲੰਧਰ ਦੇ ਰਹਿਣ ਵਾਲੇ ਆ ਤੇ ਅੱਜ ਮੈਂ ਇਹਨਾਂ ਦੇ ਜੀਵਨ ਦੀ ਇੱਕ ਵੱਡੀ ਟੈਸਟਮਨੀ ਸ਼ੇਅਰ ਕਰਨ ਜਾ ਰਹੀ ਹਾਂ। ਮੈਂ ਇੱਕ ਡਾਕਟਰ ਆ। ਮੇਰੀ ਦੁਕਾਨ ਚਗੇਟੀ ਚੌਕ ਜਲੰਧਰ ਵਿੱਚ ਆ। ਇਹ ਜੂਨ 2022 ਦੀ ਗੱਲ ਆ। ਮੈਂ ਦੁਪਹਿਰ ਨੂੰ ਖਾਣਾ ਖਾਣ ਘਰ ਜਾ ਰਿਹਾ ਸੀ ਤੇ ਰਸਤੇ ਵਿੱਚ ਮੇਰਾ ਐਕਸੀਡੈਂਟ ਹੋ ਗਿਆ। ਪਿੱਛੋਂ ਕੋਈ ਪਤਾ ਨਹੀਂ ਕਿਹੜੀ ਗੱਡੀ ਵੱਜੀ ਤੇ ਮੈਂ ਡਿੱਗ ਪਿਆ ਤੇ ਮੇਰੇ ਸਿਰ 'ਤੇ ਸੱਟ ਲੱਗੀ। ਸਾਡੇ ਜਾਣ ਪਛਾਣ ਵਾਲੇ ਹੀ ਸੀਗੇ ਜਿਹੜੇ ਇਹਨਾਂ ਨੂੰ ਚੱਕ ਕੇ ਹਸਪੀਟਲ ਲੈ ਗਏ ਤੇ ਉਹਨਾਂ ਨੇ ਮੈਨੂੰ ਉੱਥੋਂ ਕਾਲ ਕੀਤੀ, ਜਿਸ ਨੂੰ ਸੁਣ ਕੇ ਮੈਂ ਬਹੁਤ ਘਬਰਾ ਗਈ ਕਿਉਂਕਿ ਬੱਚੇ ਬਹੁਤ ਛੋਟੇ ਸੀ ਉਸ ਟਾਈਮ ਤੇ ਮੈਂ ਆਪਣੀ ਛੋਟੀ ਬੱਚੀ ਨੂੰ ਦੇ ਨਾਲ ਲਿਆ ਤੇ ਮੈਂ ਆਪਣੇ ਗਵਾਂਢੀਆਂ ਨੂੰ ਇੱਦਾਂ ਮਤਲਬ ਦੱਸਿਆ ਤੇ ਉਹ ਮੈਨੂੰ ਇਮੀਡੀਏਟਲੀ ਉਹ ਗੱਡੀ ਦੇ ਵਿੱਚ ਇੱਦਾਂ ਜੋਲ ਹਸਪੀਟਲ ਲੈ ਗਈ ਜਿੱਥੇ ਇਹਨਾਂ ਨੂੰ ਲੈ ਕੇ ਗਏ ਸੀਗੇ। ਤੇ ਉੱਥੇ ਜਦੋਂ ਮੈਂ ਇਹਨਾਂ ਨੂੰ ਦੇਖਿਆ ਇਹਨਾਂ ਦੀ ਕੰਡੀਸ਼ਨ ਬਹੁਤ ਖਰਾਬ ਸੀਗੀ, ਮਤਲਬ ਇਹਨਾਂ ਨੂੰ ਕੋਈ ਹੋਸ਼ ਨਹੀਂ ਸੀਗੀ। ਤੇ ਜਦੋਂ ਉਹਨਾਂ ਨੇ ਦੱਸਿਆ ਉਹਨਾਂ ਨੇ ਕਹਿੰਦੇ ਵੀ ਇਹਨਾਂ ਦੇ ਵੀ ਅਸੀਂ ਸਿਟੀ ਸਕੈਨ ਕਰਕੇ ਦੇਖ ਲੈਂਦੇ ਹਾਂ। ਜਦੋਂ ਸਿਟੀ ਸਕੈਨ ਕੀਤੀ ਤੇ ਉਹਨਾਂ ਨੇ ਕਿਹਾ ਵੀ ਦਿਮਾਗ ਦੇ ਵਿੱਚ ਉਹ ਕਹਿੰਦੇ ਵੀ ਸਵੈਲਿੰਗ ਆ ਗਈ ਆ, ਜਿਸ ਦੇ ਨਾਲ ਸਾਨੂੰ ਇਹਨਾਂ ਨੂੰ ਐਡਮਿਟ ਕਰਨਾ ਪੈਣਾ ICU ਵਿੱਚ ਤੇ ਇਹਨਾਂ ਨੂੰ ICU ਵਿੱਚ ਸ਼ਿਫਟ ਕਰ ਦਿੱਤਾ। ਤੇ ਉਸ ਤੋਂ ਬਾਅਦ ਵੀ ਮਤਲਬ ਇਹਨਾਂ ਦੀ ਕੰਡੀਸ਼ਨ ਬਹੁਤ ਜ਼ਿਆਦਾ ਡਾਊਨ ਹੁੰਦੀ ਗਈ। ਮਤਲਬ 1-2 ਦਿਨ ਬਾਅਦ ਤਾਂ ਇਹਨਾਂ ਨੂੰ ਵੈਂਟੀਲੇਟਰ ਤੇ ਹੀ ਲਗਾ ਦਿੱਤਾ। ਕੁਝ ਸਮੇਂ ਬਾਅਦ ਮਤਲਬ ਡਾਕਟਰ ਨੇ ਸਾਨੂੰ ਇਹ ਵੀ ਗੱਲ ਦੱਸੀ, ਟੈਸਟ ਵਗੈਰਾ ਸਾਰਾ MRI ਕਰਕੇ ਵੀ ਇਹਨਾਂ ਦੇ ਦਿਮਾਗ ਵਿੱਚ ਕਲੌਟਸ ਜੰਮ ਗਏ, ਜਿਸ ਦੇ ਨਾਲ ਇਹਨਾਂ ਦਾ ਜਿਹੜਾ ਰਾਈਟ ਸਾਈਡ ਆ ਉਹ ਬਿਲਕੁਲ ਡੈਮੇਜ ਹੋ ਚੁੱਕਿਆ ਕਿ ਇਹ ਕਦੀ ਵੀ ਹੁਣ ਇਹ ਵਾਲਾ ਪਾਸਾ ਤਾਂ ਨਾ ਚਲਾ ਹੀ ਨਹੀਂ ਸਕਦੇ, ਨਾ ਹੱਥ ਨਾ ਪੈਰ, ਮਤਲਬ ਇਹ ਤਾਂ ਬਿਲਕੁਲ ਡੈਡ ਹੋ ਗਿਆ। ਤੇ ਇਹਨਾਂ ਨੂੰ ਹੁਣ ਮਤਲਬ ਬੈੱਡ ਤੇ ਹੀ ਸਾਰੀ ਉਮਰ ਮਤਲਬ ਜਿੰਨਾ ਟਾਈਮ ਵੀ ਰਹੋਗੇ ਬੈੱਡ ਤੇ ਹੀ ਰਹਿਣਗੇ। ਤੇ ਇੱਕ ਤੁਹਾਨੂੰ ਨਰਸ ਹਮੇਸ਼ਾ ਰੱਖਣੀ ਪੈਣੀ ਆ ਕਿ ਜਿਸ ਨੂੰ ਸੁਣ ਕੇ ਮੈਂ ਬਹੁਤ ਹੀ ਘਬਰਾ ਗਈ ਸੀਗੀ। ਜਦੋਂ ਡਾਕਟਰਾਂ ਨੇ ਮੇਰੇ ਹਸਬੈਂਡ ਨੂੰ ICU ਵਿੱਚ ਐਡਮਿਟ ਕਰ ਲਿਆ ਤੇ ਇਹਨਾਂ ਦੇ ਮਤਲਬ ਫੂਡ ਪਾਈਪ, ਯੂਰਿਨ ਬੈਗ, ਹੋਰ ਪਤਾ ਨਹੀਂ ਕਿੰਨੀਆਂ ਪਾਈਪਸ ਵਗੈਰਾ ਲੱਗੀਆਂ ਸੀ, ਜਿਹਨੂੰ ਦੇਖੇ ਮਤਲਬ ਇਹਨਾਂ ਦੇ ਫੇਸ ਵਿੱਚ ਵੀ ਕਾਫੀ ਸਵੈਲਿੰਗ ਹੋ ਗਈ ਸੀ ਤੇ ਜਿਹਨੂੰ ਦੇਖ ਮਤਲਬ ਡਰ ਹੀ ਲੱਗਦਾ ਸੀਗਾ ਵੀ ਨਾ ਕੋਈ ਹੋਸ਼ ਵਿੱਚ ਵੀ ਨਹੀਂ ਸੀਗੇ। ਤੇ ਮੈਨੂੰ ਤਾਂ ਇਦਾਂ ਲੱਗਦਾ ਹੁੰਦਾ ਸੀਗਾ ਕਿ ਇਹ ਮਤਲਬ ਬਚਣਗੇ ਵੀ, ਕਿ ਮਤਲਬ ਮੈਂ ਇਦਾਂ ਰੋਂਦੀ ਹੁੰਦੀ ਸੀਗੀ ਵੀ ਮਤਲਬ ਮੈਂ ਇਦਾਂ ਕਹਿਣ ਲੱਗ ਪੈਂਦੀ ਹੁੰਦੀ ਸੀਗੀ ਕਿ ਨਹੀਂ ਹੁਣ ਇਹਨਾਂ ਨੇ ਬਚਣਾ ਨਹੀਂ ਹੈਗਾ, ਕਿ ਹੁਣ ਕਿੱਦਾਂ ਮਤਲਬ ਕਿੱਦਾਂ ਸਰਵਾਈਵ ਕਰਾਂਗੇ, ਵੀ ਬੱਚੇ ਵੀ ਬਹੁਤ ਛੋਟੇ ਆ, ਮੈਂ ਕਿੱਦਾਂ ਦੇਖਾਂਗੀ। ਜਦੋਂ ਉੱਥੇ ਹਸਪੀਟਲ 'ਚ ਵੀ ਜਦੋਂ ICU ਵਿੱਚ ਹੀ ਬਹੁਤ ਇੱਦਾਂ ਜਦੋਂ ਕਿਸੇ ਦੀ ਡੈੱਡ ਬੋਡੀ ਨਿਕਲਦੀ ਹੁੰਦੀ ਸੀ ਤੇ ਉਹਨਾਂ ਦੀ ਫੈਮਿਲੀ ਜਦੋਂ ਇੱਦਾਂ ਰੋਂਦੀ ਹੁੰਦੀ ਸੀ, ਇੱਦਾਂ ਬਾਹਰ ਆਉਂਦੇ ਸੀ, ਮਤਲਬ ਇੱਦਾਂ ਤਾਂ ਮਾਰ ਰੋਂਦੇ ਸੀ ਤੇ ਮੈਂ ਵੀ ਉਦੋਂ ਉਹਨਾਂ ਨੂੰ ਦੇਖ ਕੇ ਮੈਂ ਹੋਰ ਜ਼ਿਆਦਾ ਡਾਊਨ ਹੋ ਜਾਂਦੀ ਸੀ। ਮੇਰੇ ਪੇਸ਼ੈਂਟਸ ਹੋਰ ਜ਼ਿਆਦਾ ਡਾਊਨ ਹੋ ਜਾਂਦੇ ਸੀ ਕਿ ਮਤਲਬ ਇੰਨੀ ਜ਼ਿਆਦਾ ਮੈਂ ਟੁੱਟ ਜਾਂਦੀ ਸੀ ਨਾ ਕਿ ਹਾਏ ਜੇ ਉਹ ਇੱਦਾਂ ਕਦੇ ਤਾਂ ਹਾਏ ਕਿਤੇ ਮੇਰੇ ਨਾਲ ਤਾਂ ਨਹੀਂ, ਤਾਂ ਕਿਤੇ ਮੈਂ ਵੀ ਤਾਂ ਨਹੀਂ ਇੱਦਾਂ ਕਿਤੇ ਰਹੂੰਗੀ, ਕਿ ਮਤਲਬ ਮੈਂ ਬਹੁਤ ਜ਼ਿਆਦਾ ਉਸ ਟਾਈਮ ਪਰੇਸ਼ਾਨ ਸੀ, ਬਹੁਤ ਜ਼ਿਆਦਾ ਦੁਖੀ ਸੀਗੀ। ਜਦੋਂ ਫਿਰ ਸਾਨੂੰ ਕੋਈ ਵੀ ਇਹਨਾਂ ਦੀ ਮਤਲਬ ਹੋਪ ਨਹੀਂ ਨਜ਼ਰ ਆ ਰਹੀ ਸੀਗੀ ਵੀ ਮਤਲਬ ਕੋਈ ਕੰਡੀਸ਼ਨ ਕੋਈ ਠੀਕ ਨਹੀਂ ਹੋ ਰਿਹਾ ਸੀਗੇ, ਮਤਲਬ ਕੰਡੀਸ਼ਨ ਜ਼ਿਆਦਾ ਮਤਲਬ ਬੱਦਰ ਹੋਈ ਜਾਂਦੀ ਸੀਗੀ, ਜ਼ਿਆਦਾ ਖਰਾਬ ਹੋਈ ਜਾਂਦੀ ਸੀਗੀ। ਤੇ ਅਸੀਂ ਫਿਰ ਸਾਰੀ ਫੈਮਿਲੀ ਨੇ ਇਹੀ ਸੋਚਿਆ ਕਿ ਅਸੀਂ ਹੁਣ ਇੱਥੇ ਹਸਪੀਟਲ ਅਸੀਂ ਇੱਥੇ ਰੱਖਣਾ ਨਹੀਂ, ਅਸੀਂ ਹਸਪੀਟਲ ਹੀ ਚੇਂਜ ਕਰ ਦੇਣਾ। ਫਿਰ ਅਸੀਂ ਇਹਨਾਂ ਜਲੰਧਰ ਦੇ ਇੱਕ ਪ੍ਰਾਈਵੇਟ ਹਸਪੀਟਲ ਵਿੱਚ ਦਾਖਲ ਕਰਵਾ ਦਿੱਤਾ। ਉੱਥੇ ਹੀ ਡਾਕਟਰ ਨੇ ਜਦੋਂ ਲੈ ਕੇ ਗਏ ਤੇ ਉਹ ਵੀ ਮਤਲਬ ਉੱਥੇ ਵੀ ਉਹਨਾਂ ਨੇ ਵੀ ICU ਵਿੱਚ ਉਹਨਾਂ ਨੇ ਵੈਂਟੀਲੇਟਰ 'ਤੇ ਰੱਖਿਆ। ਇਸੇ ਦੌਰਾਨ ਜਦੋਂ ਇਹ ਹਸਪੀਟਲ ਦੇ ਵਿੱਚ ਸੀ ਤੇ ਇਹਨਾਂ ਦੇ ਟ੍ਰੀਟਮੈਂਟ ਦੇ ਵਿੱਚ ਪੈਸਾ ਪਾਣੀ ਦੀ ਤਰ੍ਹਾਂ ਬਹਿ ਰਿਹਾ ਸੀ, ਮਤਲਬ ਇੰਨਾ ਮਹਿੰਗਾ ਟ੍ਰੀਟਮੈਂਟ ਸੀ। ਡਾਕਟਰ ਮਿੰਟਾਂ ਵਿੱਚ ਸਲਿੱਪ ਦੇ ਦਿੰਦੇ ਸੀ ਕਿ ਆਹ ਦਵਾਈਆਂ ਲੈ ਆਓ, ਉਹ ਦਵਾਈਆਂ ਲੈ ਆਓ, ਕਿ ਮਤਲਬ ਇੰਨਾ ਜ਼ਿਆਦਾ ਨਾ ਮਤਲਬ ਮੇਰੇ 'ਤੇ ਪ੍ਰੈਸ਼ਰ ਸੀ ਨਾ ਉਸ ਟਾਈਮ, ਮਤਲਬ ਇੰਨੀ ਮੈਂ ਜ਼ਿਆਦਾ ਟੁੱਟ ਗਈ ਸੀਗੀ ਨਾ, ਇੰਨੀ
ਬਹੁਤ ਜ਼ਿਆਦਾ ਟੁੱਟ ਗਈ ਸੀ। ਇੱਕ ਤਾਂ ਹਸਬੈਂਡ ਵਾਲਾ ਦੇਖ ਕੇ ਇੰਨੀ ਮੈਂ ਪਰੇਸ਼ਾਨ ਸੀ, ਉੱਤੋਂ ਪੈਸਾ ਵੀ ਮਤਲਬ ਕਿੱਦਾਂ ਮੈਨੇਜ ਕਰਦੀ ਸੀਗੀ। ਇਸ ਦਾ ਜਦੋਂ ਇਹ ICU ਵਿੱਚ ਸੀ, ਇਹਨਾਂ ਦੀ ਦਿਨ ਪਰ ਦਿਨ ਹਾਲਤ ਖਰਾਬ ਹੀ ਹੁੰਦੀ ਜਾਂਦੀ ਪਈ ਸੀ, ਵੀ ਮਤਲਬ ਕੋਈ ਕੰਡੀਸ਼ਨ ਕੋਈ ਸੁਧਾਰ ਆ ਹੀ ਨਹੀਂ ਰਿਹਾ ਸੀ। ਇਹਨਾਂ ਦੀ ਕੰਡੀਸ਼ਨ ਦਿਨ ਪਰ ਦਿਨ ਖਰਾਬ ਹੀ ਹੁੰਦੀ ਜਾਂਦੀ ਪਈ ਸੀਗੀ। ਤੇ ਮੇਰੇ ਸਿਸਟਰ ਇਨ ਲੋ ਉਹ ਖਾਮਰਾ ਚਰਚ ਦੇ ਨਾਲ ਜੁੜੇ ਹੋਏ ਹਨ। ਫਿਰ ਮੇਰੀ ਸਿਸਟਰ ਇਨ ਲੋ ਨੇ ਮੈਨੂੰ ਬਹੁਤ ਸਾਰੀਆਂ ਗਵਾਹੀਆਂ ਦੱਸੀਆਂ ਕਿ ਪਰਮੇਸ਼ਵਰ ਦਾਸ ਦੇ ਦੁਆਰਾ ਬਹੁਤ ਸਾਰੇ ਲੋਕੀ ਚੰਗੇ ਹੁੰਦੇ ਹਨ, ਬਹੁਤ ਸਾਰੀਆਂ ਗਵਾਹੀਆਂ ਬਣਦੀਆਂ ਹਨ। ਫਿਰ ਮੈਂ ਆਪਣੀ ਸਿਸਟਰ ਇਨ ਲੋ ਦੀਆਂ ਗੱਲਾਂ ਤੇ ਵਿਸ਼ਵਾਸ ਕੀਤਾ ਤੇ ਮੈਂ ਵੀ ਹਸਪੀਟਲ ਪ੍ਰੇਅਰ ਲਾਈਨ ਤੇ ਇਹਨਾਂ ਦੀ ਰਿਕੁਐਸਟ ਭੇਜੀ। ਫਿਰ 26 ਜੂਨ 2022 ਨੂੰ ਪਰਮੇਸ਼ਵਰ ਦਾਸ ਜੀ ਨੇ ਇਹਨਾਂ ਉੱਤੇ ਜ਼ੂਮ ਐਪ ਤੇ ਲੇ हैंड प्रार्थना की, इन्हां दा नाम लेके प्रार्थना की। लखविंदर भी हील्ड इन जीसस नेम, बलजीत भी हील्ड इन जीसस नेम। अपने हाथों को उठाओ सब बीमार, जितने लोग टीवी पे देख रहे हैं, यीशु मसीह के नाम में चंगे हो और आजाद हो। ਜਦੋਂ ਪਰਮੇਸ਼ਵਰ ਜੀ ਦੇ ਦਾਸ ਨੇ ਜ਼ੂਮ ਐਪ ਤੇ ਇਹਨਾਂ ਦਾ ਨਾਮ ਲੈ ਕੇ ਪ੍ਰਾਰਥਨਾ ਕੀਤੀ, ਉਦੋਂ ਇਹ ICU ਵਿੱਚ ਹੀ ਸੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਹੋਸ਼ ਆਉਣ ਲੱਗ ਪਿਆ ਸੀਗਾ। ਇਹ ਮਤਲਬ ਠੀਕ ਹੋਣ ਲੱਗ ਪਿਆ ਸੀ, ਡੇ ਬਾਏ ਡੇ ਇਹਨਾਂ ਦੀ ਤਬੀਅਤ ਹੁਣ ਠੀਕ ਹੋਣ ਲੱਗ ਪਈ ਸੀ, ਸੁਧਾਰ ਆਉਣ ਲੱਗ ਪਿਆ ਸੀ ਤੇ ਡਾਕਟਰ ਵੀ ਕਹਿੰਦੇ ਸੀ ਵੀ ਹੁਣੇ ਪਹਿਲੇ ਨਾਲੋਂ ਕਾਫੀ ਠੀਕ ਹਨ। ਕਿੱਥੇ ਡਾਕਟਰ ਇਦਾਂ ਕਹਿੰਦੇ ਸੀ ਕਿ ਇਹਨਾਂ ਨੂੰ ਸਾਰੀ ਉਮਰ ਬੈੱਡ ਤੇ ਰਹਿਣਾ ਪੈਣਾ ਆ, ਨਰਸ ਰੱਖਣੀ ਪੈਣੀ ਆ, ਇਹ ਹੁਣ ਕਦੀ ਵੀ ਲਾਈਫ ਵਿੱਚ ਚੱਲ ਫਿਰ ਨਹੀਂ ਸਕਦੇ। ਪਰ ਹੁਣ ਇਹ ਬਿਲਕੁਲ ਠੀਕ ਹਨ, ਤੁਰਦੇ ਫਿਰਦੇ ਹਨ, ਚੱਲਦੇ ਹਨ, ਆਪਣਾ ਕੰਮ ਕਰਦੇ ਹਨ। ਹੁਣ ਇਹਨਾਂ ਦੀ ਸਾਰੀਆਂ ਪਾਈਪਸ, ਇਹਨਾਂ ਦੀ ਫੂਡ ਪਾਈਪਸ ਉਤਰ ਗਈਆਂ ਸੀਗੀਆਂ, ਹੋਰ ਵੀ ਜਿਹੜੀਆਂ ਪਾਈਪ ਲਗਾਈਆਂ ਸੀ ਉਹ ਵੀ ਉਤਰ ਗਈਆਂ ਸੀ। ਤੇ ਅਸੀਂ ਥੋੜ੍ਹੇ ਦਿਨਾਂ ਬਾਅਦ ਫਿਰ ਡਾਕਟਰਾਂ ਨੇ ਵੀ ਸਾਨੂੰ ਡਿਸਚਾਰਜ ਕਰਨ ਦੇ ਲਈ ਕਹਿ ਦਿੱਤਾ ਸੀਗਾ ਵੀ ਹੁਣ ਤੁਸੀਂ ਛੁੱਟੀ ਲੈ ਲਓ, ਵੀ ਹੁਣ ਇਹ ਠੀਕ ਆ, ਹੁਣ ਇਹ ਆਪਣਾ ਕੰਮ ਆਪੇ ਹੀ ਕਰ ਰਹੇ ਆ, ਵੀ ਇਹਨਾਂ ਨੂੰ ਹੁਣ ਮੇਰੀ ਹੈਲਪ ਦੀ ਕੋਈ ਲੋੜ ਨਹੀਂ ਪੈਂਦੀ, ਸਾਰਾ ਆਪਣਾ ਕੰਮ ਆਪੇ ਹੀ ਕਰਦੇ ਆ। ਹੁਣ ਜਦੋਂ ਲੋਕ ਇਹਨਾਂ ਨੂੰ ਦੇਖਦੇ, ਜਿਹੜੇ ਪਹਿਲਾਂ ਮੈਨੂੰ ਤਸੱਲੀ ਦਿੰਦੇ ਸੀ, ਹੁਣ ਉਹੀ ਲੋਕ ਇਹਨਾਂ ਨੂੰ ਜਦੋਂ ਦੇਖਦੇ ਆ ਤੇ ਬਹੁਤ ਹੈਰਾਨ ਹੁੰਦੇ ਆ। ਤੇ ਫਿਰ ਮੈਂ ਵੀ ਉਹਨਾਂ ਨੂੰ ਕਹਿੰਦੀ ਆ ਕਿ ਪਰਮੇਸ਼ਵਰ ਜੀ ਨੇ ਸਾਡੀ ਜ਼ਿੰਦਗੀ ਦੇ ਵਿੱਚ, ਪ੍ਰਭੂ ਯਿਸੂ ਮਸੀਹ ਨੇ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਚਮਤਕਾਰ ਕੀਤਾ ਹੈ। ਉਸ ਪ੍ਰੇਅਰ ਤੋਂ ਬਾਅਦ ਮੈਂ ਪੂਰਾ ਠੀਕ ਆ। ਹੁਣ ਮੈਂ ਸਾਰੇ ਕੰਮ ਆਪ ਕਰਦਾ ਹਾਂ, ਮੇਰਾ ਸੱਜਾ ਪਾਸਾ ਚੱਲਦਾ। ਜੋ ਡਾਕਟਰ ਕਹਿੰਦੇ ਸੀ ਕਿ ਇਹਦੇ ਸੱਜਾ ਪਾਸਾ ਕੰਮ ਨਹੀਂ ਕਰਦਾ, ਹੁਣ ਮੈਂ ਸਾਰੇ ਕੰਮ ਆਪ ਕਰਦਾ ਵਾਂ। ਹੁਣ ਮੈਨੂੰ ਕੋਈ ਪ੍ਰੋਬਲਮ ਨਹੀਂ ਚੱਲਣ ਫਿਰਨ ਦੇ ਵਿੱਚ, ਘੁੰਮਣ ਫਿਰਨ ਵਿੱਚ, ਕੰਮ ਕਰਨ ਦੇ ਵਿੱਚ। ਮੈਂ ਹੁਣ ਬੋਲ ਵੀ ਸਹੀ ਤਰ੍ਹਾਂ ਰਿਹਾ, ਮੇਰੇ ਸੱਜੇ ਪਾਸੇ ਵਿੱਚ ਕੋਈ ਪ੍ਰੋਬਲਮ ਨਹੀਂ ਤੇ ਮੇਰੇ ਦਿਮਾਗ ਵਿੱਚ ਕੋਈ ਪ੍ਰੋਬਲਮ ਨਹੀਂ। ਜਿਹੜੇ ਲੋਕ ਅੱਜ ਵੀ ਬਿਮਾਰ ਆ ਜਾਂ ਹਸਪੀਟਲਾਂ ਦੇ ਵਿੱਚ ਦਾਖਲ ਆ, ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਤੁਸੀਂ ਵੀ ਪ੍ਰਭੂ ਯਿਸੂ ਮਸੀਹ ਜੀ ਕੋਲ ਆਓ, ਉਹਨਾਂ ਦੇ ਵਚਨਾਂ ਉੱਤੇ ਵਿਸ਼ਵਾਸ ਕਰੋ। ਜਿੱਦਾਂ ਉਹਨਾਂ ਨੇ ਇਹਨਾਂ ਨੂੰ ਜ਼ਿੰਦਗੀ ਦਿੱਤੀ, ਮੇਰੇ ਹਸਬੈਂਡ ਨੂੰ ਜ਼ਿੰਦਗੀ ਦਿੱਤੀ, ਉਹੀ ਪਰਮੇਸ਼ਵਰ ਤੁਹਾਨੂੰ ਵੀ ਠੀਕ ਕਰਨਗੇ, ਉਹੀ ਪਰਮੇਸ਼ਵਰ ਤੁਹਾਨੂੰ ਵੀ ਚੰਗੇ ਕਰਨਗੇ। ਮੈਂ ਆਪਣੇ ਹਸਬੈਂਡ ਦੀ ਇਸ ਵੱਡੀ ਚੰਗਿਆਈ ਵਾਸਤੇ ਪ੍ਰਭੂ ਯਿਸੂ ਮਸੀਹ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ, ਉਹਨਾਂ ਦੇ ਦਾਸ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਤੇ ਸਾਰਿਆਂ ਨੂੰ ਜੈ ਮਸੀਹ ਦੀ। तारीफ करिए सबसे जोर से तालियों के साथ, जोर से तालियों के साथ जीवित परमेश्वर प्रभु यीशु मसीह के नाम को महिमा दे। आइए सब जन अपने हाथों को स्वर की ओर उठाएं, सब भाई सब बहनें अपने दोनों हाथों को स्वर की ओर उठाएं सब जन। हाँ, जो जिन्हें पापा तो रिहाई पाउणी ओ जिंदगी सदा दी चंगे आई पाउणी, आजो जिन्हें पापा तो रिहाई पानी है, जिंदगी सदा दी चंगे आई पानी है। किसे